ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਾਣੀ ਸ੍ਰੀ ਰਾਗ ਦੇ ਵਿੱਚ ਅਖੀਰ 'ਤੇ ਭਗਤਾਂ ਦੀ ਬਾਣੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਸੋ 3 ਸ਼ਬਦ ਸ਼ਰਵਣ ਕਰ ਚੁੱਕੇ ਹਾਂ ਔਰ ਸਤਿਗੁਰੂ ਮਹਾਰਾਜ ਅੱਗੇ ਬਖਸ਼ਿਸ਼ ਕਰ ਰਹੇ ਨੇ ਸ੍ਰੀ ਰਾਗ ਦੇ ਵਿੱਚ ਬਾਣੀ ਭਗਤ ਬੇਣੀ ਜੀਓ ਕੀ। ਸੋ ਬੇਣੀ ਭਗਤ ਜੀ ਜੋ ਪਰਮਾਤਮਾ ਦਾ ਸਿਮਰਨ ਕਰਦਿਆਂ ਹੋਇਆਂ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਗਏ, ਜੋ ਇਕਾਂਤ ਵਿੱਚ ਜਾ ਕੇ ਲਿਵ ਲਾ ਕੇ ਬੈਠਦੇ ਸਨ ਔਰ ਭਗਤੀ ਦਾ ਕਾਰਜ ਅਧਿਆਤਮੀ ਕਰਮ ਕਰਨੇ, ਮਨ ਦੇ ਅੰਦਰ ਬਣੀ ਹੋਈ ਬਹੁਤ ਉੱਚੀ ਆਤਮਕ ਅਵਸਥਾ ਹੋਰ ਕਿਸੇ ਨਾ ਅਜਰ ਲਿਖਾਵੇ। ਹੋਰ ਕਿਸੇ ਨੂੰ ਜਣਾਉਂਦੇ ਨਹੀਂ ਸਨ ਕਿ ਮੇਰੇ ਅੰਦਰ ਵਾਹਿਗੁਰੂ ਦੀ ਕਿੰਨੀ ਕਿਰਪਾ ਹੈ। ਜੇ ਘਰ ਦੇ ਪੁੱਛਦੇ ਨੇ ਕਿ ਤੁਸੀਂ ਕਿੱਥੇ ਗਏ ਸੀ ਤਾਂ ਕਹਿੰਦੇ ਮੈਂ ਰਾਜ ਦੁਆਰੇ ਗਿਆ ਸੀ, ਪਰ ਜਾਂਦੇ ਸੀ ਬਾਹਰ ਭਗਤੀ ਕਰਨ। ਘਰ ਦੇ ਸਾਰੀਆਂ ਚੀਜ਼ਾਂ ਮੰਗਦੇ ਰਹਿੰਦੇ, ਆਹ ਚੀਜ਼ਾਂ ਦੀ ਸਾਨੂੰ ਲੋੜ ਹੈ, ਲਿਆ ਕੇ ਦਿਓ। ਉਹ ਫਿਰ ਕਿਸੇ ਨਾ ਕਿਸੇ ਤਰੀਕੇ ਵੱਲ ਛਲ ਕਰਕੇ ਝੱਤ ਲੰਘਾਵਾ, ਬਸ ਕੁਝ ਦੱਸਣਾ ਹੀ ਨਾ ਕੁਝ ਲਿਆ ਕੇ ਦੇਣਾ। ਘਰ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਨਾ ਮੁੱਕ ਗਈਆਂ ਜਦੋਂ। ਹੁਣ ਵੱਡਾ ਸਾਂਗ ਵਰਤਾਇਆ ਪਰਮੇਸ਼ਰ ਨੇ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੇ। ਉਹ ਤਾਂ ਆਪਣਾ ਇੱਕ ਮਨ ਹੋ ਕੇ ਪਰਮੇਸ਼ਰ ਜੀ ਨੂੰ ਧਿਆਉਂਦੇ ਨੇ। ਪੈਜ ਸਵਾਰੈ ਭਗਤੀ ਰਾਜਾ ਹੋਏ ਕੈ ਘਰ ਚੱਲ ਆਵੈ। ਉਹ ਕਹਿੰਦੇ ਹੁੰਦੇ ਸੀ ਕਿ ਮੈਂ ਰਾਜੇ ਦੇ ਜਾਨਾ। ਗੱਲ ਸੱਚੀ ਸੀ ਵੀ ਮੈਂ ਪਰਮੇਸ਼ਰ ਰਾਜੇ ਦੇ ਘਰ ਭਗਤੀ ਵਿੱਚ ਜਾਨਾ, ਸਤ ਸੰਗਤ ਵਿੱਚ ਜਾਨਾ। ਪਰਮੇਸ਼ਰ ਜੀ ਆਪ ਆ ਗਏ। ਉਸ ਵਕਤ ਦਿਲਾਸਾ ਦਿੱਤਾ ਕਿ ਚਿੰਤਾ ਨਾ ਕਰੋ, ਸਾਡੀ ਭਗਤੀ ਕਰ ਰਹੇ ਨੇ, ਬੇਅੰਤ ਸਮਾਨ ਘਰੇ ਰੱਖ ਕੇ ਲਿਆ ਕੇ। ਸੋ ਇਸ ਤਰ੍ਹਾਂ ਭਗਤ ਜਨਾਂ ਦੀ ਜੈਕਾਰ ਪਰਮੇਸ਼ਰ ਕਰਾਉਂਦਾ ਹੈ। ਧੰਨ ਧੰਨ ਭਗਤ ਬੇਣੀ ਜੀ। ਸ੍ਰੀ ਰਾਗ ਵਿੱਚ ਭਗਤ ਬੇਣੀ ਜੀ ਆਪਣੀ ਬਾਣੀ ਉਚਾਰਦੇ ਨੇ। ਭਗਤ ਬੇਣੀ ਜੀ ਦੇ ਕੁੱਲ 3 ਸ਼ਬਦ ਉਚਾਰੇ ਹੋਏ ਨੇ। ਇੱਕ ਸ੍ਰੀ ਰਾਗ ਵਿੱਚ, ਦੂਸਰਾ ਰਾਮਕਲੀ ਰਾਗ ਵਿੱਚ, ਈੜਾ ਪਿੰਗਲਾ ਔਰ ਸੁਖ ਮਨਾ, ਤੀਜਾ ਪ੍ਰਭਾਤੀ ਰਾਗ ਵਿੱਚ। ਪ੍ਰਭਾਤੀ ਰਾਗ ਵਿੱਚ ਉਚਾਰਨ ਕਰਦੇ ਨੇ ਤਨ ਚੰਦਨ ਮਸਤਕ ਪਾਤੀ, ਰਿਦ ਅੰਤਰ ਕਰ ਤਲ ਕਾਤੀ। ਸੋ ਇਹ ਬੇਣੀ ਜੀ ਪੂਰਬ ਦਿਸ਼ਾ ਵਿੱਚ ਹੋਏ ਨੇ ਔਰ ਉਚਾਰਨ ਕਰਦੇ ਨੇ ਅੱਗੇ ਪਹਿਰਿਆਂ ਕਹਿ ਘਰ ਗਾਵਣਾ। ਜਿਵੇਂ ਆਉਂਦਾ ਪਹਿਲਾ ਪਹਿਰਾ ਰਹਿਣ ਕਹਿ ਬਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਸੋ ਜਿਸ ਘਰ ਵਿੱਚ ਇਹ ਸ਼ਬਦ ਗਾਇਨ ਕੀਤਾ ਜਾਂਦਾ ਉਸੇ ਘਰ ਵਿੱਚ ਸ਼ਬਦ ਨੂੰ ਗਾਇਨ ਕਰਨਾ। ਪਹਿਰਿਆਂ ਤੋਂ ਭਾਵ ਪਹਿਰ ਪਹਿਰ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ। ਸੋ ਇਸ ਤਰੀਕੇ ਨਾਲ ਇਹ ਸ਼ਬਦ ਜੋ ਹੈ ਉਚਾਰਨ ਕੀਤਾ ਹੈ। ਬਣਜਾਰਿਆ ਮਿੱਤਰਾ ਦੇ ਹਿਸਾਬ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਖਟ ਜੋਤੀ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਜੀਵ ਨੂੰ ਸਿੱਖਿਆ ਦਿੰਦਿਆਂ ਹੋਇਆਂ ਬੇਣੀ ਜੀ ਉਚਾਰਨ ਕਰਦੇ ਨੇ। ਹਰੇ ਨਰ ਗਰਭ ਕੁੰਡਲ ਜਬ ਆਛਤ, ਉਰਧ ਧਿਆਨ ਲਿਵ ਲਾਗਾ। ਹਰੇ ਨਰ ਹੈ ਭਾਈ ਪੁਰਸ਼ਾ, ਹੇ ਬੰਦਿਆ। ਸੋ ਮਾਤਾ ਦਾ ਉਦਰ ਜੋ ਕੁੰਡਲਾਕਾਰ ਹੈ, ਗਰਭ ਕੁੰਡਲ। ਸੋ ਉਸ ਦੇ ਵਿੱਚ ਜਿਸ ਵੇਲੇ ਤੂੰ ਇਸਤਤ ਸੀ, ਆਛਤ ਤੋਂ ਭਾਵ ਹੋ ਰਿਹਾ ਸੀ ਇਸਤਤ, ਉਸ ਵੇਲੇ ਤੂੰ ਉਰਧ ਤੋਂ ਭਾਵ ਉਲਟਾ, ਭਾਵ ਸਿਰ ਹੇਠਾਂ ਤੇ ਪੈਰ ਉੱਪਰ ਪੁੱਠਾ ਟੰਗਿਆ ਹੋਇਆ ਸੀ ਤੇ ਵਾਹਿਗੁਰੂ ਦੇ ਧਿਆਨ ਵਿੱਚ ਤੇਰੀ ਬਿਰਤੀ ਲੱਗੀ ਹੋਈ ਸੀ। ਸਤਿਗੁਰੂ ਫਰਮਾਉਂਦੇ ਨੇ ਜਿਵੇਂ ਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀਂ, ਨਰਕ ਘੋਰ ਮੈਂ ਉਰਧ ਤਪ ਕਰਤਾ, ਨਿਮਖ ਨਿਮਖ ਗੁਣ ਗਾਹੀਂ। ਉਰਧ ਤੋਂ ਭਾਵ ਉਤਕ੍ਰਿਸ਼ਟ ਜੋ ਪਰਮਾਤਮਾ ਉਹਦੇ ਵਿੱਚ ਧਿਆਨ ਤੂੰ ਲਿਵ ਲਗਾ ਰਿਹਾ ਸੀ। ਗਰਭ ਕੁੰਡਲ ਮਹਿ ਉਰਧ ਗਿਆਨੀ, ਆਪੇ ਜਾਣੈ ਅੰਤਰ ਜਾਮੀ। ਸਾਸ ਸਾਸ ਸਚ ਨਾਮ ਸੰਭਾਲੇ, ਅੰਤਰ ਉਦਰ ਮਝਾਰਾ ਹੈ। ਹੋਰ ਫਰਮਾਉਂਦੇ ਨੇ ਸਤਿਗੁਰੂ ਮਹਾਰਾਜ, ਗਰਭ ਕੁੰਟ ਮੈਂ ਉਰਧ ਤਪ ਕਰਤੇ, ਸਾਸ ਸਾਸ ਸਿਮਰਤ ਪ੍ਰਭ ਰਹਤੇ। ਗਰਭ ਜੋਨ ਮੈਂ ਉਰਧ ਤਪ ਕਰਤਾ, ਤਉ ਜਠਰ ਅਗਰ ਮੈਂ ਰਹਿਤਾ। ਮਿਰਤਕ ਪਿੰਡ ਪਾਦ ਮਦਨਾ ਅਹਨਿਸ, ਏਕ ਅਗਿਆਨ ਸੋ ਨਾਗਾ। ਜਿਸ ਵੇਲੇ ਤੂੰ ਮਾਤਾ ਦੇ ਉਦਰ ਵਿੱਚ ਸਥਿਤ ਸੀ,
ਉਸ ਵੇਲੇ ਤੂੰ ਪਿੰਡ ਤੋਂ ਭਾਵ ਸਰੀਰ ਦੀ ਤਰਫੋਂ ਮ੍ਰਿਤਕ ਸੀ, ਅਰਥਾਤ ਕਹਿਣ ਤੋਂ ਭਾਵ ਹੈ ਕਿ ਦੇਹ ਅਧਿਆਸ ਨਹੀਂ ਸੀ। ਦੇਹ ਦਾ ਗਿਆਨ ਜਿਉਂਦੇ ਜੀ ਹੁੰਦਾ ਆਪਾਂ ਨੂੰ ਕਿ ਇਹ ਮੇਰਾ ਸਰੀਰ ਹੈ, ਇਹਨੂੰ ਦੇਹ ਅਧਿਆਸ ਕਹਿੰਦੇ ਆ। ਪਰ ਮਾਤਾ ਦੇ ਉਦਰ ਵਿੱਚ ਤੈਨੂੰ ਦੇਹ ਅਧਿਆਸ ਨਹੀਂ ਸੀ, ਉੱਥੇ ਸਰੀਰ ਦੀ ਹੰਗਤਾ ਨਹੀਂ ਸੀ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਮਸਤ ਸੀ। ਪਦ ਚਰਨਾਂ ਦੇ ਵਿੱਚ ਮਦਨਾ ਹੁੰਦਾ ਮਸਤ, ਤੇ ਅਹਨਿਸ ਹੁੰਦਾ ਰਾਤ ਦਿਨੇ ਇੱਕ ਅਗਿਆਨ ਦਾ ਨਾਗਾ ਸੀ, ਭਾਵ ਅਗਿਆਨ ਨਹੀਂ ਸੀ ਤੇਰੇ ਕੋਲੇ, ਕਿਉਂਕਿ ਮਾਤਾ ਦੇ ਉਦਰ ਵਿੱਚ ਤੈਨੂੰ 100 ਜਨਮ ਦਾ ਗਿਆਨ ਸੀ। ਸੋ ਇਸ ਤਰੀਕੇ ਨਾਲ ਕਹਿੰਦੇ ਮ੍ਰਿਤਕ ਜੋ ਮਿੱਟੀ ਦਾ ਪਿੰਡ ਜੋ ਸਰੀਰ ਹੈ ਜੋ ਤੈਨੂੰ ਪ੍ਰਾਪਤ ਹੋਇਆ ਹੈ, ਇਹੀ ਇੱਕ ਤੈਨੂੰ ਪਦ ਮਿਲਿਆ, ਮੁਰਾਤਬਾ ਮਿਲਿਆ। ਇਹਦਾ ਤੈਨੂੰ ਮਦ ਜਿਹੜਾ ਹੰਕਾਰ ਨਹੀਂ ਸੀ ਤੇ ਅਹਨਿਸ ਰਾਤ ਦਿਨੇ ਇੱਕ ਅਗਿਆਨ ਹੀ ਸੀ, ਭਾਵ ਸਵੈ ਸਰੂਪ ਦਾ ਤੈਨੂੰ ਪਤਾ ਨਹੀਂ ਸੀ ਤੇ ਬਿਲਕੁਲ ਨਾਂਗਾਈ ਸੀ, ਨੰਗਾ ਹੀ ਸੀ ਤੂੰ ਉੱਥੇ। ਆਪਣਾ ਗਿਆਨ ਜੀਵ ਨੂੰ ਨਹੀਂ ਹੁੰਦਾ, ਕਹਿਣ ਤੋਂ ਭਾਵ ਸਰੀਰ ਦਾ, ਖਾਣ ਪੀਣ ਦਾ ਕੁਛ ਵੀ ਨਹੀਂ ਪਤਾ, ਸਿਰਫ ਇੱਕ ਲਿਵ-ਬਿਰਤੀ ਲੱਗੀ ਹੁੰਦੀ ਪਰਮਾਤਮਾ ਦੇ ਵਿੱਚ। ਤੇ ਦਿਨ ਸੰਗਮਲ ਕਸ਼ਟ ਮਹਾ ਦੁੱਖ ਆਬ ਚਿਤ ਅਦਕ ਪਸਾਰਿਆ। ਉਹ ਮਾਤਾ ਦੇ ਉਦਰਵਾਸ ਵਾਲੇ ਦਿਨ ਯਾਦ ਕਰ, ਜਦ ਤੂੰ ਮਾਤਾ ਦੇ ਉਦਰ ਵਿੱਚ ਕਸ਼ਟ ਕਰਕੇ ਬਹੁਤ ਦੁਖੀ ਸੀ, ਤੈਨੂੰ ਯਾਦ ਨਹੀਂ। ਹੁਣ ਤੂੰ ਮਾਇਆ ਦੇ ਵਿੱਚ ਬਹੁਤਾ ਕਰਕੇ ਚਿੱਤ ਨੂੰ ਪਸਾਰਿਆ ਹੋਇਆ, ਅਬ ਚਿੱਤ ਅਦਕ ਪਸਾਰਿਆ। ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਉਦਰ ਬਿਲ ਲਾਟ ਕਰਤਾ ਤਹਾਂ ਹੋਵਤ ਦੀਨ। ਉੱਥੇ ਬੜਾ ਦੀਨ ਜਿਹਾ, ਗਰੀਬ ਜਿਹਾ ਬਣ ਕੇ ਸੀ ਤੂੰ, ਕਿਉਂਕਿ ਤੇਰੇ ਕੋਲ ਕੁਛ ਵੀ ਨਹੀਂ ਸੀ, ਨਾ ਪੈਸਾ, ਨਾ ਕੱਪੜਾ, ਨਾ ਮਕਾਨ, ਨਾ ਦੁਕਾਨ, ਨਾ ਕੋਈ ਕੰਮ, ਨਾ ਕਾਰ। ਸੋ ਮਾਤਾ ਦੇ ਰਾਹੀਂ ਹੀ ਤੈਨੂੰ ਭੋਜਨ ਦੀ ਪ੍ਰਾਪਤੀ ਹੁੰਦੀ ਸੀ। ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਪ੍ਰਥਮੇ ਗਰਭ ਵਾਸਤੇ ਟਰਿਆ, ਪੁੱਤਰ ਕਲਤਰ ਕੁਟੰਬ ਸੰਗ ਜੁਰਿਆ। ਸੋ ਇਸ ਕਰਕੇ ਇਹ ਦੇਹ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਈ ਹੈ, ਕਹਿੰਦੇ ਨੇ ਇਹਦੇ ਵਿੱਚ ਤੂੰ ਹੁਣ ਬਹੁਤਾ ਹੀ ਚਿੱਤ ਪਸਾਰ ਲਿਆ ਮਾਇਆ ਦੇ ਅੰਦਰ, ਕਿਉਂਕਿ ਮਾਨਸ ਜਨਮ ਦੁਲੰਭ ਹੈ, ਛਿਣ ਭੰਗਰ ਛਲ ਦੇਹੀ ਛਾਰਾ। ਪਾਣੀ ਦਾ ਕਰ ਪੁਤਲਾ ਉਡੈ ਨਾ ਪਾਉਣ, ਖੁੱਲੇ ਨੌ ਦੁਆਰਾ। ਅਗਨ ਕੁੰਡ ਵਿੱਚ ਰੱਖਿਆਨ, ਨਰਕ ਘੋਰ ਮੈਂ ਉਦਰ ਮੰਝਾਰਾ। ਕਰੈ ਉਰਧ ਤਪ ਗਰਭ ਵਿੱਚ, ਚੱਸਾ ਨ ਵਿਸਰੈ ਸਿਰਜਣਹਾਰਾ। ਦਸੀ ਮਹੀਨੀ ਜੰਮਿਆ, ਸਿਮਰਨ ਕਰੀ ਕਰੇ ਨਿਸਤਾਰਾ। ਜਮਦੋ ਮਾਇਆ ਮੋਹਿਆ, ਨਦਰ ਨਾ ਆਵੈ ਰੱਖਣਹਾਰਾ। ਸਾਹੋਂ ਵਿਛੜਿਆ ਵਣਜਾਰਾ। ਇਹ ਹੁਣ ਵਿਛੜ ਗਿਆ ਅਕਾਲ ਪੁਰਖ ਨਾਲੋਂ। ਗਰਭ ਛੋੜ ਅੰਮ੍ਰਿਤ ਮੰਡਲ ਆਇਆ, ਤਉ ਨਰ ਹਰ ਮਨਹੁ ਵਿਸਾਰਿਆ। ਮਾਤਾ ਦੇ ਉਦਰ ਨੂੰ ਛੱਡ ਕੇ ਜਿਉਂ ਹੀ ਮ੍ਰਿਤ ਮੰਡਲ ਸੰਸਾਰ ਦੇ ਅੰਦਰ ਜਨਮ ਲਿਆ ਆਇਆ, ਉਦੋਂ ਹੀ ਨਰ ਹਰ ਤੋਂ ਭਾਵ ਪਰਮਾਤਮਾ ਨੂੰ ਭੁੱਲ ਗਿਆ, ਆਉਂਦਿਆਂ ਸਾਰ ਹੀ ਭੁਲਾ ਦਿੱਤਾ। ਉਰਜ ਪਰੇ ਜੋ ਛੋੜ ਛਡਾਨਾ, ਦੇਵਨਹਾਰ ਮਨਹਿ ਬਿਸਰਾਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰੇ ਮੂੜੇ ਤੂੰ ਕਿਉਂ ਸਿਮਰ ਤਬ ਨਾਹੀ। ਨਰਕ ਘੋਰ ਮੈਂ ਉਰਧ ਤਪ ਕਰਤਾ, ਨਿਮਖ ਨਿਮਖ ਗੁਣ ਗਾਹੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਿਵੇਂ ਪਹਿਰਿਆਂ ਦੇ ਵਿੱਚ ਉਚਾਰਨ ਕੀਤਾ ਬਾਣੀ 'ਚ, ਦੂਜਾ ਪਹਿਰਾ ਰਹਿਣ ਕੈ ਵਣਜਾਰਿਆ ਮਿੱਤਰਾ। ਵਿਸਰ ਗਿਆ ਧਿਆਨ, ਛੱਡ ਗਿਆ ਬਸ। ਹੁਣ ਬਹੁਤ ਮਤਲਬੀ ਬੰਦਾ ਆਪਣੇ ਮਤਲਬ ਲਈ ਸਿਰਫ ਯਾਦ ਕਰਦਾ ਪਰਮੇਸ਼ਰ ਨੂੰ। ਜਦੋਂ ਦੁਖੀ ਹੁੰਦਾ, ਦੁੱਖ ਲੱਗਾ ਤਾਂ ਰਾਮ ਪੁਕਾਰਾ ਹੈ, ਤਾਂ ਹੀ ਰਾਮ ਨੂੰ ਯਾਦ ਕਰਦਾ ਹੈ। ਦੁੱਖ ਲੱਗ ਜੇ ਬਸ। ਭਗਤ ਬੇਣੀ ਜੀ ਕਹਿੰਦੇ ਨੇ, ਫਿਰ ਪਾਛੈ ਪਛਤਾਵਹਿਗਾ ਮੂੜਿਆ, ਤੂੰ ਕਵਨ ਕੁਮਤ ਭ੍ਰਮ ਲਾਗਾ। ਕਹਿੰਦੇ ਮੂਰਖ ਬੰਦਿਆ, ਫਿਰ ਬਾਅਦ ਦੇ ਵਿੱਚ ਪਛਤਾਉਣਾ ਪੈਣਾ। ਤੂੰ ਭਰਮ ਕਰਕੇ ਕਿਹੜੀ ਕੁਮਤ ਵਿੱਚ ਲੱਗ ਗਿਆ, ਖੋਟੀ ਬੁੱਧੀ ਵਿੱਚ ਲੱਗ ਗਿਆ। ਕਿਉਂ ਇਹਦੇ ਮਗਰ ਲੱਗ ਗਿਆ, ਖੋਟੀ ਬੁੱਧੀ ਦੇ ਮਗਰ? ਇਹ ਖੋਟੀ ਬੁੱਧੀ ਵਾਲੇ ਲੋਕਾਂ ਦੇ ਮਗਰ ਕਿਉਂ ਲੱਗ ਗਿਆ ਤੂੰ? ਚੰਗਾ ਭਲਾ ਗਿਆਨਵਾਨ ਹੋ ਕੇ ਅਗਿਆਨੀ ਕਿਉਂ ਹੋ ਗਿਆ? ਜਿਸ ਵੇਲੇ ਤੂੰ ਜਮਦੂਤਾਂ ਦੇ ਵਸੀਕਾਰ ਪੈਣਾ, ਉਹ ਤੈਨੂੰ ਮਾਰਨਗੇ। ਫਿਰ ਪਿੱਛੋਂ ਬਾਅਦ 'ਚ ਪਛਤਾਏਂਗਾ, ਅਫਸੋਸ ਕਰੇਂਗਾ ਕਿ ਮੈਂ ਬਈ ਸਿਮਰਨ ਭਜਨ ਕਿਉਂ ਨਾ ਕੀਤਾ। ਇਹ ਜਿਹੜਾ ਪ੍ਰਚਾਰ ਹੁੰਦਾ, ਇਹ ਰੱਬ ਵੱਲੋਂ ਹੋਕਾ ਹੁੰਦਾ। ਕੂ ਕਹਿੰਦਿਆਂ ਚਾਂਗੇਂਦਿਆਂ ਮੱਤੀ ਦਿੰਦਿਆਂ ਨਿੱਤ
ਉੱਚੀ ਉੱਚੀ ਰੌਲਾ ਪੈ ਰਿਹਾ ਚਾਰੇ ਪਾਸੇ। ਸਵੇਰੇ ਸਵੇਰੇ ਮੁਸਲਮਾਨ ਆਪਣੀ ਬਾਂਗ ਦਿੰਦੇ ਆ, ਉੱਚੀ ਆਵਾਜ਼ ਦੇ ਵਿੱਚ ਲੋਕਾਂ ਨੂੰ ਜਗਾਉਂਦੇ ਨੇ, ਅੱਲਾਹੂ ਅਕਬਰ, ਇਹ ਪ੍ਰਮਾਤਮਾ ਵੱਡਾ ਹੈ, ਉੱਠੋ ਉਹਦਾ ਸਿਮਰਨ ਕਰੋ, ਉੱਠ ਫਰੀਦਾ ਸੁੱਤਿਆ, ਸੁਬਹ ਨਵਾਜ਼ ਗੁਜ਼ਾਰ। ਸੋ ਇਸ ਕਰਕੇ ਮੰਦਰਾਂ ਦੇ ਵਿੱਚ ਵੱਡੇ ਵੱਡੇ ਜੋ ਸੰਖ ਵੱਜਦੇ ਨੇ, ਰੌਲੇ ਪੈਂਦੇ ਨੇ ਵੀ ਉੱਠ ਵੀ ਬੰਦਿਆ। ਗੁਰੂ ਘਰਾਂ ਦੇ ਵਿੱਚ ਹੁਕਮਨਾਮੇ, ਕੀਰਤਨ ਕਥਾ, ਤੈਨੂੰ ਸਾਰੇ ਸਾਵਧਾਨ ਕਰਨੀ। ਤੇ ਬਾਅਦ ਵਿੱਚ ਦੋਸ਼ ਨਾ ਦਈ ਪ੍ਰਮਾਤਮਾ ਨੂੰ ਕਿ ਮੈਨੂੰ ਪਤਾ ਨਹੀਂ ਸੀ। ਕਥਾ ਪ੍ਰਚਾਰ ਤਾਂ ਕਰਾਉਂਦੇ ਨੇ ਵੀ ਦੁਨੀਆ ਦੇ ਵਿੱਚ ਸੋਝੀ ਪਾਓ ਜਾ ਕੇ। ਬਾਅਦ ਵਿੱਚ ਨਾ ਕਹਿਣ ਕਿ ਰੱਬ ਜੀ ਤੁਸੀਂ ਸਾਨੂੰ ਤਾਂ ਦੱਸਿਆ ਹੀ ਨਹੀਂ ਸੀ ਕੁਛ, ਸਾਨੂੰ ਪਤਾ ਹੀ ਨਹੀਂ ਸੀ ਜੀ। ਨਾਨਕ ਬਿਨ ਨਾਵੈ ਜਮ ਮਾਰਸੀ, ਅੰਤ ਗਿਆ ਪਛਤਾਏ। ਮਨ ਰੇ ਸਮਝ ਕਵਨ ਮਤ ਲਾਗਾ, ਨਾਮ ਵਿਸਾਰ ਅਨ ਰਸ ਲੋਭਾਨੇ, ਫਿਰ ਪਛਤਾਹੇ ਅਭਾਗਾ। ਚੇਤ ਰਾਮ ਨਾਹੀ ਜਮਪੁਰ ਜਾਹੇਗਾ, ਜਾਨਮ ਵਿਚਰੈ ਅਨਰਾਧਾ ਰਹਾਉ। ਇਸ ਕਰਕੇ ਤੂੰ ਹੁਣੇ ਹੀ ਵਾਹਿਗੁਰੂ ਨੂੰ ਯਾਦ ਕਰ। ਜੇ ਤੂੰ ਨਾ ਚੇਤੇਂਗਾ ਤਾਂ ਜਮਪੁਰੀ ਚਲਿਆ ਜਾਏਗਾ, ਨਾ ਹੀ ਜਮਪੁਰ ਜਾਏਗਾ। ਇਸ ਕਰਕੇ ਤੂੰ ਅਰਾਧਨੇ ਤੋਂ ਰਹਿਤ ਨਾ ਹੋ, ਮਤਾਂ ਨੂੰ ਭੁਲਾ ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਜਾਂ ਜਾਗਾਤ ਕਰਮਾਂ ਦੇ ਕਰਨ ਵਿੱਚ ਹੋਰ ਇੱਧਰ ਉੱਧਰ ਐਵੇਂ ਹੀ ਬੇਗਤਿਆਂ ਦੇ ਮਗਰ ਲੱਗ ਕੇ ਉਹਨਾਂ ਦੀ ਅਰਾਧਨਾ ਕਰਦਾ। ਦਵੈਤ ਦੇ ਬੀਜ ਬੀਜਣੇ ਨਾ ਕਰ। ਇਸ ਕਰਕੇ ਤੈਨੂੰ ਸਾਵਧਾਨ ਕਰਦੇ ਆ ਕਿ ਹਮੇਸ਼ਾ ਵਾਸਤੇ ਪ੍ਰਮਾਤਮਾ ਦੇ ਵਿੱਚ ਜੁੜ, ਨਾਮ ਜਪ। ਸੋ ਅਨਰਾਧਾ ਤੋਂ ਭਾਵ ਅਨੱਸਿਆ ਹੋ ਕੇ, ਮਤਾਂ ਵਿਚਰ ਭਾਵ ਗੁਰੂ ਪੀਰ ਦਾ ਹੋ ਕੇ ਫਿਰ, ਨਿਗੁਰਾ ਹੋ ਕੇ ਨਾ ਫਿਰ। ਅਨਸਿਆ ਉਹਨੂੰ ਕਹਿੰਦੇ ਨੇ ਜੋ ਬਨ ਵਿੱਚ ਆਪੇ ਸਬਜ਼ੀ ਪੈਦਾ ਹੋ ਜਾਂਦੀ, ਉਹਦਾ ਕੋਈ ਰੱਖਿਅਕ ਨਹੀਂ ਹੁੰਦਾ। ਇਹੋ ਜਿਹੇ ਨਿਗੁਰੇ ਦਾ ਵੀ ਕੋਈ ਰੱਖਿਅਕ ਨਹੀਂ ਹੁੰਦਾ। ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਛੋਟੇ ਤਿਲ ਬੂਆੜ ਜਿਉਂ ਸੁੰਨੇ ਅੰਦਰ ਖੇਤ। ਬੂਆੜ ਤਿਲ ਜ਼ਿਮੀਂਦਾਰ ਛੱਡ ਜਾਂਦਾ ਕੱਟਣੋਂ, ਕਿਉਂਕਿ ਉਹ ਦੇਖਣ ਨੂੰ ਤਾਂ ਸਾਰਾ ਕੁਝ ਠੀਕ ਹੀ ਲੱਗਦਾ ਹੁੰਦਾ, ਫਲੀਆ ਹੈ, ਫੁੱਲੀਆ ਹੈ, ਬੱਪੜੇ। ਦੂਜੇ ਤਿਲਾਂ ਦੇ ਬੂਟੇ ਨਾਲੋਂ ਤਿਲ ਦਾ ਬੂਟਾ ਜਿਹੜਾ ਨਕਲੀ ਬੂਟਾ ਵੱਡਾ ਹੁੰਦਾ, ਫਲਦਾ ਫੁੱਲਦਾ, ਫੁੱਲ ਵੀ ਉਹੋ ਜਿਹਾ ਹੁੰਦਾ, ਪਰ ਜ਼ਿਮੀਂਦਾਰ ਨੂੰ ਉਹਦੀ ਪਛਾਣ ਹੁੰਦੀ ਹੈ। ਭੀ ਤਨ ਵਿੱਚ ਸਵਾਹ, ਉਹਦੇ ਸਰੀਰ ਵਿੱਚ ਭਾਵ ਉਹਦੇ ਡੋਡੀ ਵਿੱਚ ਸਵਾਹ ਹੁੰਦੀ। ਇਸੇ ਤਰ੍ਹਾਂ ਮਨਮੁਖ ਬੰਦੇ ਦੇ ਅੰਦਰ ਵੀ ਸਵਾਹ ਹੀ ਹੁੰਦੀ ਹੈ। ਸਤਿਗੁਰ ਤੇ ਜੋ ਮੂੰਹ ਫੇਰੇ ਹੋਏ ਭ੍ਰਮਦੇ ਨਾ ਟਿਕਾਨਾ, ਧਰਤ ਅਸਮਾਨ ਨਾ ਝੱਲਈ, ਵਿੱਚ ਵਿਸ਼ਟਾ ਪਏ ਪਛਾਨਾ। ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ। ਜਿਸ ਵੇਲੇ ਬਾਲਕ ਅਵਸਥਾ ਹੁੰਦੀ ਆ, ਉਸ ਵੇਲੇ ਵਿਨੋਦ ਹੁੰਦਾ, ਖੇਡਣ ਦੇ ਰਸਾਂ ਵਿੱਚ ਚਿੰਦ ਹੁੰਦਾ, ਚਿਤਵਦਾ ਉਹਨਾਂ ਨੂੰ, ਮੈਂ ਆਹ ਗੇਮ ਖੇਡਣੀ, ਮੈਂ ਆਹ ਖੇਡਣਾ ਹੈ, ਲਿਆ ਕੇ ਖੇਡਦਾ ਰਹਿੰਦਾ ਗੇਮਾਂ। ਫਿਰ ਬਾਲਕ ਅਵਸਥਾ ਵਿੱਚ ਤਾਂ ਵਿਨੋਦ ਖੇਡਣ ਵਿੱਚ ਹੀ ਲੱਗਿਆ ਰਿਹਾ ਤੇ ਜਵਾਨੀ ਵਿਸ਼ੇ ਰਸਾਂ ਦੇ ਭੋਗਣ ਵਿੱਚ ਲੱਗਿਆ ਰਿਹਾ। ਬਾਲ ਬਿਨੋਦ ਚਿੰਦ ਰਸ ਲਾਗਾ, ਚਿੰਦ ਤੋਂ ਭਾਵ ਫਿਰ ਰਸਾਂ 'ਚ ਲੱਗ ਗਿਆ ਅੱਗੇ। ਬਿਰਧ ਅਵਸਥਾ ਦੇ ਵਿੱਚ ਫਿਰ ਚਿੰਤਾ ਵੱਧ ਗਈ। ਸੋ ਇਸ ਕਰਕੇ ਜੋਬਨ ਵਿੱਚ ਬਾਲ ਤੋਂ ਭਾਵ ਬਾਲ ਹੁੰਦੀ ਇਸਤਰੀ ਦੇ ਵਿਨੋਦ ਕੌਤਕਾਂ ਦੇ ਰਸਾਂ ਦੇ ਵਿੱਚ ਚਿੰਦ ਚਿਤਵਣ ਲੱਗ ਪਿਆ। ਖਿਨ ਖਿਨ ਕਾਲ ਵਿੱਚ ਨਾਨਾ ਪਦਾਰਥਾਂ ਦਾ ਹੁਣ ਮੋਹ ਵਿਆਪਦਾ। ਸਾਰੇ ਜਿੰਨੇ ਪਦਾਰਥ ਨੇ ਉਹਨਾਂ ਦੀ ਖਿੱਚ ਪੈਂਦੀ, ਮਨ ਨੂੰ ਤੁਣਕਾ ਵੱਜਦਾ ਹੀ ਰਹਿੰਦਾ ਉਹਨਾਂ ਦਾ, ਉਹ ਮੇਰੀਆਂ ਚੀਜ਼ਾਂ, ਉਹ ਮੇਰੀਆਂ ਚੀਜ਼ਾਂ, ਉਹ ਮੇਰੇ ਪਦਾਰਥ। ਹਰ ਇੱਕ ਚੀਜ਼ ਵੱਲ ਮਨ ਖਿੱਚਿਆ ਜਾਂਦਾ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤਉ ਪੰਚ ਪ੍ਰਗਟ ਸੰਤਾਪੈ। ਇਹ ਜੀਵ ਜਿਹੜਾ ਹੈ ਰਸ ਮਿਸ ਤੋਂ ਭਾਵ ਤਦਾਕਾਰ ਹੋ ਕੇ ਰਚ ਮਿਚ ਕੇ ਵਿਸ਼ੇ ਵਿਕਾਰ ਜੋ ਵਿਉ ਵਾਂਗੂ ਜ਼ਹਿਰ ਵਾਂਗੂ ਮਾਰਨ ਵਾਲੇ ਨੇ, ਤਿੰਨਾਂ ਨੂੰ ਅੰਮ੍ਰਿਤ ਵਾਂਗੂ ਮੇਦ ਜਾਣਦਾ, ਪਵਿੱਤਰ ਜਾਣ ਕੇ ਸੁਖਦਾਇਕ ਸਮਝ ਕੇ ਚਾਖੀ ਤੋਂ ਭਾਵ ਭੋਗਦਾ। ਰਸਾਂ ਦੇ ਭੋਗਣੇ ਦੇ ਮਿਸ ਤੋਂ ਭਾਵ ਬਹਾਨੇ ਮੇਦ ਹੁੰਦਾ, ਸ਼ਰਾਬ ਆਦਿਕ ਮਾਸ ਆਦਿਕ ਜੋ ਬਿਖ ਵਿਉਵਤ ਦੁਖਦਾਈ ਨੇ, ਉਹਨਾਂ ਨੂੰ ਅੰਮ੍ਰਿਤ ਸਮਾਨ ਸੁਖਦਾਈ ਜਾਣ ਕੇ ਚਾਖੀ ਕਰਦਾ, ਉਹਨਾਂ ਦੀ ਖਾਣਾ ਕਰਦਾ। ਤਾਂ ਫਿਰ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪ੍ਰਗਟੀ ਭਲੀ ਪ੍ਰਕਾਰ, ਇਹਨੂੰ ਸੰਤਾਪ ਹੁੰਦਾ। ਉਹ ਦੁੱਖ ਦਿੰਦੇ ਨੇ ਆ ਕੇ, ਕਿਉਂਕਿ ਚੀਜ਼ਾਂ ਇਹੀਆਂ ਜਿਹੀਆਂ ਖਾ ਲਈਆਂ। ਫਿਰ ਕਹੇ ਮਨ ਨਹੀਂ ਟਿਕਦਾ। ਜਦੋਂ ਮਨ ਨੂੰ ਖੁਰਾਕ ਹੀ ਇਹੋ ਜਿਹੀ ਦੇਤੀ ਵਿਕਾਰਾਂ ਵਾਲੀ, ਉਦੋਂ ਫਿਰ ਮਨ ਦੀ ਇਕਾਗਰਤਾ ਨਹੀਂ ਹੁੰਦੀ ਜੀਵ ਦੀ। ਜਪ ਤਪ ਸੰਜਮ ਛੋੜ, ਸੁਕ੍ਰਿਤ ਮਤ ਰਾਮ ਨਾਮ ਨਾ ਅਰਾਧਿਆ।
ਇਹ ਜੀਵ ਨੇ ਆਪਣੇ ਇਸ਼ਟ ਦੇਵ ਦਾ ਮੰਤਰ ਜਪਣਾ ਰੂਪ ਜਾਂ ਬਾਣੀ ਦਾ ਸੂਖਮ ਰੂਪ ਪਾਠ ਕਰਨ ਰੂਪ ਜਾਪ ਵਰਤ ਰੱਖਣੇ, 5 ਧੂਣੀਆਂ ਤਪਣੀਆਂ, ਜਲ ਧਾਰਾ ਸਹਾਰਨਾ ਰੂਪ ਤਪ, ਇਹਨੂੰ ਤਪ ਕਹਿੰਦੇ ਨੇ। ਔਰ ਇੰਦਰੀਆਂ ਦਾ ਸੰਜਮ ਦਮਨ ਕਰਨਾ ਤੇ ਪੁੰਨਾਂ ਵਾਲੀ ਸ਼ੁਭ ਮਤੀ ਸੁਕ੍ਰਿਤ ਜਿਹੜੀ ਹੁੰਦੀ ਹੈ, ਪੁੰਨ ਕਰਨੇ ਸਭ ਛੱਡ ਦੇਣਾ ਕੀਤੇ ਹੈ ਤੇ ਬੁੱਧੀ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਆਰਾਧਨਾ ਨਾ ਕੀਤਾ। ਇਹਨੇ ਕੀ ਛੱਡਿਆ? ਜਾਪ ਤਪ ਸੰਜਮ ਛੋੜ ਸੁਕ੍ਰਿਤ ਮਤ, ਅਨਦਿਨ ਸੁਕ੍ਰਿਤ ਕਰੀਐ। ਬਾਣੀ 'ਚ ਵੀ ਮਹਾਰਾਜ ਲਿਖਦੇ ਨੇ, ਰਾਮ ਨਾਮ ਨਾ ਆਰਾਧਿਆ, ਪ੍ਰਮਾਤਮਾ ਦਾ ਨਾਮ ਆਰਾਧਨਾ ਹੀ ਨਹੀਂ ਕੀਤਾ। ਪੁੱਛ ਲਿਆ ਕਾਮ ਕਾਲ ਮਤ ਲਾਗੀ, ਤਉ ਆਨ ਸਖਤ ਗਲ ਬੰਨ੍ਹਦਿਆ। ਜਿਸ ਵੇਲੇ ਜੋਬਨ ਅਵਸਥਾ ਦੇ ਬਲ ਕਰਕੇ ਕਾਮਦੇਵ ਨੇ ਛਾਲ ਮਾਰੀ ਆ ਕੇ ਇਹਦੇ ਸਿਰ ਤੇ ਬੈਠ ਗਿਆ, ਭੂਤ ਵਾਂਗੂ ਸਵਾਰ ਹੋ ਗਿਆ। ਉਹਨੇ ਜਦੋਂ ਆਪਣਾ ਬਲ ਪਾਇਆ ਤਾਂ ਮਤ ਜਿਹੜੀ ਬੁੱਧੀ ਨੂੰ ਕਾਲਖ ਲੱਗੀ। ਉਸ ਵਕਤ ਪੁੱਛ ਲਿਆ ਕਾਮ ਕਾਲ ਮਤ ਲਾਗੀ, ਮਤ ਜਿਹੜੀ ਸੀ ਉਹ ਕਾਲਖ ਵਿੱਚ ਫਸ ਗਈ। ਜੋ ਪਰਾਏ ਰੂਪਾਂ ਨੂੰ ਦੇਖਣ ਵਿੱਚ ਤੁਰ ਪਿਆ, ਮੰਦ ਦ੍ਰਿਸ਼ਟੀ ਹੋ ਗਿਆ, ਮਨ ਦੇ ਅੰਦਰ ਵਿਕਾਰ ਪੈਦਾ ਹੋ ਗਏ, ਸਰੀਰ ਵਿੱਚ ਵਿਕਾਰ, ਰੋਮ ਰੋਮ, ਜ਼ੁਬਾਨ ਵਿੱਚ ਵੀ ਵਿਕਾਰੀ ਗੱਲਾਂ, ਮਨ ਵਿੱਚ ਵੀ ਵਿਕਾਰੀ ਗੱਲਾਂ, ਸਰੀਰ ਵਿੱਚ ਵੀ ਵਿਕਾਰ ਖੜੇ ਹੋ ਗਏ। ਜਦੋਂ ਇਹਦੇ ਸਰੀਰ ਦੇ ਵਿੱਚ ਇਸ ਪ੍ਰਕਾਰ ਵਿਕਾਰ ਆ ਗਏ ਤਾਂ ਉਸ ਵਕਤ ਇਹਦਾ ਕਾਲ ਕਰਨ ਵਾਲੀ ਭਾਵ ਮਾਰ ਪਵਾਉਣ ਵਾਲੀ ਮੱਤੀ ਆ ਕੇ ਪ੍ਰਾਪਤ ਹੋ ਗਈ। ਜਿਸ ਵੇਲੇ ਮਾਤਾ ਪਿਤਾ ਨੂੰ ਉਲਾਂਭੇ ਮਿਲਣ ਲੱਗ ਪਏ, ਉਸ ਵਕਤ ਮਾਤਾ ਪਿਤਾ ਨੇ ਕੀ ਕੀਤਾ? ਤਉ ਆਨ ਸਖਤ ਗਲ ਬੰਨ੍ਹਦਿਆ। ਸਖਤ ਹੁੰਦਾ ਇਸਤਰੀ, ਲਿਆ ਕਰਕੇ ਇਹਦੇ ਗਲ ਦੇ ਨਾਲ ਬੰਨ੍ਹ ਦਿੱਤਾ, ਭਾਵ ਪੁੱਤਰ ਦਾ ਵਿਆਹ ਕਰ ਦਿੱਤਾ। ਉਸ ਵਕਤ ਤਰਨ ਤੇਜ ਪਾਰਥਿਆ ਮੁਖ ਜੋ ਹੈ, ਸਰ ਆਪਸਰ ਨਾ ਪਛਾਣਿਆ। ਫਿਰ ਵੀ ਇਹ ਬੰਦਾ ਤਰਨ ਤੋਂ ਭਾਵ ਜੋਬਨ ਅਵਸਥਾ ਦੇ ਤੇਜ ਤੋਂ ਭਾਵ ਬਲ ਕਰਕੇ ਪਰਾਇਆ ਘਰਾਂ ਨੂੰ ਦੇਖੀ ਜਾਂਦਾ ਹੈ, ਪਰਾਇਆ ਰੂਪਾਂ ਨੂੰ ਦੇਖੀ ਜਾਂਦਾ ਹੈ। ਤਰਨ ਤੇਜ ਪਰਤਰਿਆ ਮੁਖ ਜੋ ਹੈ, ਪਰਾਏ ਰੂਪਾਂ ਨੂੰ ਦੇਖਦਾ ਹੈ। ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਤੱਕਹਿ ਨਾਰ ਪਰਾਈਆਂ ਲੁਕ ਅੰਦਰ ਠਾਣੀ। ਤਰਨ ਤੇਜ ਤੋਂ ਭਾਵ ਸੂਰਜ ਵਾਂਗੂ ਜਿਨ੍ਹਾਂ ਦਾ ਤੇਜ ਪ੍ਰਤਾਪ ਹੈ, ਉਹਨਾਂ ਪਰਾਈਆਂ ਇਸਤਰੀਆਂ ਵੱਲ ਵੀ ਦੇਖਦਾ। ਸਰ ਆਪਸਰ, ਸਰ ਆਪਸਰ ਦਾ ਮਤਲਬ ਨਾ ਭਲਾ ਬੁਰਾ ਨਹੀਂ ਜਾਣਿਆ। ਇਹ ਕੰਮ ਕਰਨ ਨਾਲ ਮੈਨੂੰ ਕੁੱਟ ਪੈਣੀ ਆ, ਮਾਰ ਪੈਣੀ ਆ, ਮਨ ਮੈਲਾ ਹੋਣਾ, ਗੁਰੂ ਵੇਦ ਸ਼ਾਸਤਰ ਆਗਿਆ ਤੋਂ ਉਲਟ ਜਾ ਰਿਹਾ, ਜਾਂ ਨਰਕਾਂ ਨੂੰ ਜਾਵਾਂਗਾ, ਬਦਨਾਮੀ ਹੋਵੇਗੀ। ਸਰ ਅਫਸਰ ਕੀ ਸਾਰ ਨਾ ਜਾਣੈ, ਫਿਰ ਕੀਚ ਬੁਢਾਹੀ ਜੀਓ। ਪਹਿਲੇ ਪਾਤਸ਼ਾਹ ਲਿਖਦੇ, ਓਨ ਮਤ ਕਾਮ ਮਹਾ ਬਿਖ ਭੂਲੈ, ਪਾਪ ਪੁੰਨ ਨਾ ਪਛਾਨਿਆ। ਐਸਾ ਦਿਮਾਗ ਦੇ ਉੱਤੇ, ਇਹਦੇ ਬੁੱਧੀ ਦੇ ਉੱਤੇ ਜੋ ਕਾਮ ਦਾ ਅਸਰ ਪੈ ਗਿਆ। ਕਹਿੰਦੇ ਉਨਮੱਤ ਹੁੰਦੀ ਮਸਤੀ ਕਰਕੇ, ਵਿਸ਼ਿਆਂ ਦੀ ਮਸਤੀ ਕਰਕੇ, ਮਹਾ ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਭੁੱਲ ਰਿਹਾ। ਇਹਨੇ ਜੀਵ ਨੇ ਪਾਪ ਪੁੰਨ ਨੂੰ ਪਛਾਣਿਆ ਹੀ ਨਹੀਂ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਇਹ ਗੱਲ ਪਛਾਣੀ ਨਹੀਂ। ਸੋ ਜਿਵੇਂ ਮਹਾਰਾਜ ਨੇ ਬਚਨ ਕਿਹਾ, ਨੇ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਡਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈ ਹੋ। ਇਹ ਪਰਾਇਆ ਘਰਾਂ ਨੂੰ ਹੱਥ ਪਾਉਣਾ ਇਹ ਪਾਪ ਹੈ, ਔਰ ਆਪਣੇ ਜਤ ਸਤ ਵਿੱਚ ਰਹਿਣਾ, ਏਕਾ ਨਾਰੀ ਜਤੀ ਹੋਏ, ਇਹ ਪੁੰਨ ਹੈ। ਸੁਤ ਸੰਪਤ ਦੇਖ ਇਹੋ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ। ਜਿਸ ਵੇਲੇ ਪਰਿਵਾਰ ਪੈਦਾ ਹੋ ਗਿਆ, ਉਦੋਂ ਸੁਤ ਪੁੱਤਰ ਨੂੰ ਦੇਖ ਕੇ ਤੇ ਸੰਪਤ ਹੁੰਦੀ ਮਾਇਆ, ਪਦਾਰਥ ਘਰ ਦੇ ਚੀਜ਼ਾਂ ਦੇਖ ਦੇਖ ਕੇ, ਜਿਵੇਂ ਹਵਾ ਭਰਦੀ ਨਾ ਟਿਊਬ ਦੇ ਵਿੱਚ, ਫੁੱਲੀ ਜਾਂਦਾ ਬੈਠਾ। ਜਦੋਂ ਕੁਛ ਨਹੀਂ ਸੀ ਹੁੰਦਾ ਉਦੋਂ ਨਹੀਂ ਸੀ ਫੁੱਲਦਾ। ਹੁਣ ਇੱਕ ਚੀਜ਼ ਲਿਆਉਂਦਾ ਹੋਰ ਫੁੱਲ ਜਾਂਦਾ, ਇੱਕ ਚੀਜ਼ ਹੋਰ ਲਿਆਉਂਦਾ ਫਿਰ ਹੋਰ ਫੁੱਲ ਜਾਂਦਾ। ਸਤਿਗੁਰੂ ਕਹਿੰਦੇ ਇਹ ਦਿਨੋਂ ਦਿਨ ਤਾਂ ਹੰਕਾਰ ਹੀ ਵਧੀ ਜਾਂਦਾ, ਹੰਕਾਰ ਹੀ ਵਧੀ ਜਾਂਦਾ। ਜਪਣੇ ਯੋਗ ਜੋ ਪ੍ਰਮਾਤਮਾ ਦਾ ਨਾਮ ਸੀ ਉਹ ਮਨ ਚੋਂ ਹੁਣ ਭੁਲਾ ਹੀ ਦਿੱਤਾ। ਹੁਣ ਤਾਂ ਰੱਬ ਦੀ ਲੋੜ ਨਹੀਂ, ਕਿਉਂਕਿ ਹੁਣ ਸਾਰਾ ਕੁਝ ਆਪਣੇ ਕੋਲੇ ਹੈਗਾ। ਸੋ ਇਸ ਕਰਕੇ ਪ੍ਰਮਾਤਮਾ ਦੀ ਲੋੜ ਨਹੀਂ ਸਮਝਦਾ ਮਨੁੱਖ। ਫਿਰ ਸੋਹਣਾ ਘਰ-ਬਾਰ ਮਿਲ ਗਿਆ, ਸੋਹਣੇ ਸਭ ਕੁਝ, ਜਦੋਂ ਸਭ ਕੁਝ ਸੋਹਣਾ ਮਿਲ ਜਾਂਦਾ ਸਮਕਾ, ਉਦੋਂ ਪ੍ਰਮਾਤਮਾ ਨੇ ਇੰਨਾ ਕੁਝ ਤਾਂ ਦਿੱਤਾ ਸੀ ਕਿ ਬੰਦੇ ਨੂੰ ਮੈਂ ਸੁਖੀ ਕਰ ਦਿਆਂ, ਇਹਨੂੰ ਕੋਈ ਕਮੀ ਨਾ ਰਹੇ, ਇਹ ਸਿਮਰਨ ਬੰਦਗੀ ਕਰੇ, ਭਜਨ ਕਰੇ। ਪੈਸਾ ਉਹਨੇ ਤਾਂ ਦਿੱਤਾ ਸੀ। ਇਹ ਮਨੁੱਖ ਉਲਟਾ ਪੈਸਾ ਲੈ ਕੇ ਕਹਿੰਦਾ ਹੁਣ ਐਸ਼ਾਂ ਕਰਾਂਗੇ,
ਮਹਾਰਾਜ ਜੀ ਨੇ ਤਾਂ ਇਹਨੂੰ ਤਾਂ ਦਿੱਤਾ ਸੀ ਕਿ ਭਜਨ ਬੰਦਗੀ ਕਰੇਗਾ, ਕਿਤੇ ਲੰਗਰ ਲਾਵੇਗਾ, ਕਿਸੇ ਗਰੀਬ ਦੀ ਮਦਦ ਕਰੇਗਾ, ਕੋਈ ਪੁੰਨ ਦੇ ਕੰਮ ਕਰੇਗਾ। ਤਾਂ ਇਹ ਪਾਪ ਹੀ ਕਰਨ ਲੱਗ ਪਿਆ। ਜਿਵੇਂ ਰਾਵਣ ਨੂੰ ਕਾਹਦੀ ਲੰਕਾ ਮਿਲੀ, ਪਾਪ ਹੀ ਕਰਨ ਲੱਗ ਪਿਆ। ਇਹ ਜਿਹੇ ਦੁਸ਼ਟ ਲੋਕ ਜਿਹੜੇ ਹਰਨਾਕਸ਼ ਵਰਗੇ ਆ, ਪੈਸਾ ਬਹੁਤਾ ਮਿਲ ਗਿਆ, ਉਹ ਫਿਰ ਪਾਪੀ ਬਣ ਜਾਂਦੇ ਨੇ। ਅਵਰ ਮਰਤ ਮਾਇਆ ਮਨ ਤੋਲੇ, ਤਉ ਭਾਗ ਮੁਖ ਜਨਮ ਵਿਗੋਇਆ। ਜਿਸ ਵੇਲੇ ਕੋਈ ਅਵਰ ਹੋਰ ਮਰਦਾ ਤਾਂ ਮਨ ਵਿੱਚ ਮਾਇਆ ਨੂੰ ਵਿਚਾਰਦਾ ਕਿ ਇਹਦੇ ਕੋਲ ਜਿਹੜੇ ਪੈਸੇ ਸੀ, ਧਨ ਦੌਲਤ, ਉਹ ਸਭ ਮੈਂ ਸਾਂਭ ਲੂੰਗਾ। ਹੁਣ ਸ਼ੁਕਰ ਹੈ, ਚਲੋ ਇਹ ਚੰਗਾ ਹੋਇਆ ਬੁੜਾ ਮਰ ਗਿਆ, ਸਾਰੇ ਪੈਸੇ ਮੇਰੇ। ਜੇ ਭਰਾ ਵੀ ਚੜ੍ਹਾਈ ਕਰ ਜੇ, ਕਹਿੰਦਾ ਚੱਲ ਇਹਦੇ ਪੈਸੇ ਵੀ ਮੇਰੇ, ਫਲਾਨਾ ਮਰ ਗਿਆ ਉਹਦੇ ਵੀ ਮੇਰੇ। ਇਸ ਤਰ੍ਹਾਂ ਹਰੇਕ ਦੇ ਪੈਸਿਆਂ ਤੇ ਨਿਗਾਹ ਰੱਖਦਾ, ਕਹਿੰਦਾ ਸਾਰੀ ਦੁਨੀਆ ਹੀ ਤੁਰਦੀ ਲੱਗੇ, ਸਾਰਾ ਕੁਝ ਮੇਰਾ ਬਣ ਜੇ। ਇੱਥੇ ਇਹੋ ਜਿਹੀ ਇੱਕ ਬੁੱਧੀ ਛਾ ਜਾਂਦੀ ਮਨ ਦੇ ਅੰਦਰ, ਕਿਉਂਕਿ ਇਹਦਾ ਲੜਕਾ ਕੋਈ ਨਹੀਂ। ਜੇ ਧਨ ਪ੍ਰਾਪਤ ਹੋ ਗਿਆ ਤਾਂ ਇਹਨੂੰ ਚਾਹੀਦਾ ਸੀ ਚੰਗੇ ਪਾਸੇ ਲਾਉਣਾ। ਇਹਨੇ ਉਹ ਧਨ ਲੈ ਕੇ ਕਿੱਥੇ ਖਰਚਿਆ, ਭਗਮੁਖ ਜਨਮ ਵਿਗੋਇਆ। ਬੇਸਵਾਵਾਂ ਕੋਲ ਜਾਣ ਲੱਗ ਪਿਆ, ਵਿਸ਼ੇ ਵਿਕਾਰਾਂ ਵਿੱਚ ਫਸ ਗਿਆ। ਔਰ ਮੁੱਖ ਹੁੰਦਾ ਮੂੰਹ, ਸੋ ਮੂੰਹ ਦੇ ਸਵਾਦਾਂ ਵਿੱਚ ਲੱਗ ਗਿਆ। ਇਸ ਤਰ੍ਹਾਂ ਇਹਨੇ ਆਪਣੀ ਜ਼ਿੰਦਗੀ ਜਿਹੜੀ ਸੀ, ਪੈਸਾ ਮਿਲਿਆ ਸੀ ਜਿਹੜਾ, ਉਹ ਦੋ ਕੰਮਾਂ ਤੇ ਹੀ ਜ਼ਿਆਦਾ ਵਰਤਿਆ। ਜਾਂ ਤਾਂ ਵਿਕਾਰਾਂ ਵਿੱਚ ਖਰਚ ਦਿੱਤਾ ਉਹਨੂੰ, ਗਲਤ ਪਾਸੇ ਜਾਣ ਲੱਗ ਪਿਆ, ਜਾਂ ਕਹਿੰਦੇ ਨੇ ਫਿਰ ਉਹ ਮੂੰਹ ਦੇ ਸਵਾਦਾਂ ਲਈ ਕਹਿੰਦੇ ਹੁਣ ਮੌਜਾਂ ਕਰਾਂਗੇ ਪੱਬਾਂ ਕਲੱਬਾਂ ਜਾ ਕੇ। ਮਹਾਰਾਜ ਕਹਿੰਦੇ ਇਹ ਦੋਨਾਂ ਇੰਦਰੀਆਂ ਦੇ ਸਵਾਦਾਂ 'ਚ ਲੱਗ ਗਿਆ ਤੇ ਆਪਣਾ ਜਨਮ ਖਰਾਬ ਹੀ ਕਰ ਲਿਆ। ਪ੍ਰਮਾਤਮਾ ਦੀ ਵੱਲੋਂ ਭੱਜ ਕੇ ਸਾਰੀਆਂ ਜੂਨਾਂ ਤੋਂ ਮੁਖੀ ਜਨਮ ਜੋ ਮਨੁੱਖਾ ਦੇਹੀ ਹੈ, ਇਹਨੂੰ ਖਰਾਬ ਹੀ ਕਰ ਦਿੱਤਾ, ਨਿਸਫਲ ਹੀ ਗਵਾ ਦਿੱਤਾ। ਬੇਨਤੀ ਕੀਤੀ, ਕੋਈ ਤਰਿਆ ਵੀ ਹੈ ਕਿ ਨਹੀਂ? ਭਗਤ ਬੇਣੀ ਜੀ ਕਹਿੰਦੇ ਸੋ ਮਹਾਤਮਾ ਤਰੇ ਨੇ, ਬੜੇ ਵੱਡੇ ਵੱਡੇ ਮਹਾਤਮਾ ਤਰ ਗਏ ਨੇ, ਪਰ ਆਮ ਇਨਸਾਨ ਡੁੱਬ ਜਾਂਦਾ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ, ਕਈ ਵਾਰ ਪੰਕਤੀਆਂ ਭਗਤ ਜਨ ਮਹਾਰਾਜ ਨਿਰਖੌਫ ਹੋ ਕੇ ਵਿਕਾਰਾਂ ਤੋਂ ਬਿਨਾਂ ਲਿਖਦੇ। ਉਹਨਾਂ ਦੇ ਮਨ 'ਚ ਵਿਕਾਰ ਨਹੀਂ ਹੁੰਦੇ, ਵਿਕਾਰ ਭਾਵਨਾ ਨਹੀਂ ਹੁੰਦੀ। ਉਹ ਤਾਂ ਸੁਤੇ ਸਿੱਧੀ ਚੀਜ਼ਾਂ ਲਿਖ ਦਿੰਦੇ ਨੇ। ਗੱਲ ਇਹ ਹੁੰਦੀ ਹੈ ਕਿ ਜਦੋਂ ਸੰਸਾਰ ਹੈ, ਸੰਸਾਰ ਦੇ ਵਿੱਚ ਜਿੰਨੇ ਸਾਧੂ ਮਹਾਤਮਾ ਨੇ ਪੂਰਨ ਪਹੁੰਚੇ ਹੋਏ, ਉਹਨਾਂ ਦੇ ਮਨ 'ਚ ਕੋਈ ਵਿਕਾਰ ਨਹੀਂ ਹੁੰਦਾ, ਉਹਨਾਂ ਦੀ ਸੋਚ ਵਿੱਚ ਵੀ ਵਿਕਾਰ ਨਹੀਂ ਹੁੰਦਾ, ਉਹਨਾਂ ਦੇ ਹਿਰਦੇ 'ਚ ਕੋਈ ਵਿਕਾਰ ਨਹੀਂ ਹੁੰਦਾ, ਉਹਨਾਂ ਤੇ ਵਿਕਾਰ ਦਾ ਕੋਈ ਅਸਰ ਹੀ ਨਹੀਂ ਹੁੰਦਾ। ਉਹ ਸਿੱਧੀ ਗੱਲ ਕਰ ਦਿੰਦੇ ਨੇ। ਭਗਤਾਂ ਨੂੰ ਕੋਈ ਡਰ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਵੀ ਬੇਖੌਫ ਹੋ ਕੇ, ਬੇਬਾਕ ਹੋ ਕੇ ਲਿਖ ਦਿੰਦੇ ਨੇ ਸਾਰਾ ਕੁਝ। ਪਰ ਅਸੀਂ ਸੰਸਾਰੀ ਲੋਕ ਵਿਕਾਰੀ ਹੋਣ ਕਰਕੇ ਸਾਡੀ ਬਿਰਤੀ ਵਿਕਾਰਾਂ ਵੱਲ ਨੂੰ ਜ਼ਿਆਦਾ ਭਜਦੀ। ਅਸੀਂ ਤਾਂ ਚੰਗੀ ਭਲੀ ਗੱਲ ਦੇ ਪੁੱਠੇ ਮਤਲਬ ਕੱਢ ਲੈਂਦੇ, ਚੰਗੀ ਗੱਲ ਦੇ ਵੀ। ਤੇ ਜਦੋਂ ਬਾਣੀ 'ਚ ਕੋਈ ਇਹੋ ਜਿਹੀ ਚੀਜ਼ ਆਉਂਦੀ ਆ, ਫਿਰ ਰੌਲਾ ਪਾ ਦਿੰਦੇ ਨੇ, ਇਹ ਚੀਜ਼ ਲਿਖਤੀ ਗਲਤ ਹੈ ਜੀ, ਆਹ ਹੋਣਾ ਨਹੀਂ ਸੀ ਚਾਹੀਦਾ। ਜਿਵੇਂ ਮਹਾਰਾਜ ਦੀ ਬਾਣੀ ਬਾਰੇ ਇੰਨਾ, ਦਸਵੇਂ ਪਾਤਸ਼ਾਹ ਬਾਰੇ ਪ੍ਰਚਾਰ ਕਰਤਾ, ਉਹਨਾਂ ਦੇ ਮਨ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਵਿਕਾਰਾਂ ਵਾਲੀ। ਜਿਹੜਾ ਬੈਠ ਕੇ ਪਹਿਲਾਂ ਤਾਂ ਉਹਨਾਂ ਦੀ ਵੱਲ ਦੇਖੋ, ਉਹਨਾਂ ਦੀ ਬਿਰਤੀ, ਉਹਨਾਂ ਦੀ ਸੋਚ ਕੀ ਹੈ। ਸੋ ਭਗਤ ਬੇਣੀ ਜੀ ਨੇ ਲਿਖਿਆ ਤਾਂ ਭਗ ਮੁਖ ਜਨਮ ਵਿਗੋਇਆ। ਉਹਨਾਂ ਨੇ ਤਾਂ ਸਹੀ ਹੀ ਲਿਖਿਆ। ਇਹ ਠੀਕ ਹੈ ਕਿ ਅਸੀਂ ਗੱਲ ਨੂੰ ਗੋਲ ਕਰਕੇ ਅੱਗੇ ਲੰਘ ਜਾਂਦੇ ਹਾਂ, ਵਿਸ਼ੇ ਵਿਕਾਰ ਕਹਿ ਕੇ ਲੰਘ ਜਾਂਦੇ ਹਾਂ, ਪਰ ਜੇ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਬੈਠਾ ਹੋਵੇ, ਉਹ ਸਾਰਾ ਕੁਝ ਡਾਇਰੈਕਟ ਹੀ ਸੁਣਾ ਦਿੰਦਾ, ਕਿਉਂਕਿ ਉਹਨੂੰ ਖੌਫ ਨਹੀਂ, ਕਿਸੇ ਦਾ ਡਰ ਨਹੀਂ ਹੁੰਦਾ। ਇਹ ਵੀ ਬ੍ਰਹਮ ਗਿਆਨੀ ਨੇ ਸਾਰੇ। ਸੱਤਵੀਂ ਭੂਮਿਕਾ ਤੋਂ ਵੀ ਉੱਪਰ ਦੇ ਮਾਲਕ, ਤੁਰੀਆ ਪਦ ਅਤੀਤ ਪਦਵੀ ਦੇ ਮਾਲਕ, ਸਾਰੇ 15 ਭਗਤ ਤੁਰੀਆ ਅਵਸਥਾ ਤੋਂ ਵੀ ਉੱਪਰ ਦੇ ਹੀ ਮਾਲਕ ਨੇ। ਇਹਨਾਂ ਨੂੰ ਕੋਈ ਵਿਕਾਰ ਨਹੀਂ। ਬੰਦੇ ਨੂੰ ਚੰਗੀ ਤਰ੍ਹਾਂ ਡਾਂਟ ਕੇ ਕਹਿੰਦੇ, ਤੂੰ ਦੋਨਾਂ ਇੰਦਰੀਆਂ ਦੇ ਮਗਰ ਲੱਗ ਕੇ ਜਨਮ ਗਵਾ ਲਿਆ ਆਪਣਾ ਕਲਯੁੱਗ ਦੇ ਵਿੱਚ, ਤੂੰ ਚੰਗਾ ਨਹੀਂ ਕੀਤਾ। ਸੋ ਇਸ ਕਰਕੇ ਉਹ ਬੇਖੌਫ ਹੋ ਕੇ ਗੱਲ ਕਰਦੇ ਨੇ। ਕਹਿੰਦੇ ਉਹ ਜਿਹੜੇ ਰੱਬ ਦੇ ਪਿਆਰੇ ਹੁੰਦੇ, ਉਹ ਅਵਰ ਜਿਹੜੀ ਹੋਰ ਹੀ ਮਰਦ ਨੇ, ਜਿਨ੍ਹਾਂ ਨੇ ਮਾਇਆ ਮਾਤਰ ਸਾਰੇ ਜਗਤ ਨੂੰ ਆਪਣੇ ਮਨ ਵਿੱਚ ਵਿਚਾਰਿਆ। ਉਹਨਾਂ ਨੇ ਸੰਸਾਰ ਦੀ ਤਰਫੋਂ ਜਿਹੜੀ ਸੀ ਭੱਜ ਦੌੜ ਕਰਕੇ ਅਧਿਸ਼ਠਾਨ ਰੂਪ ਪਰਮਾਤਮਾ ਵਿੱਚ ਆਪਣੇ ਜੀਵਨੇ ਨੂੰ ਵਿਸ਼ੇਸ਼ ਕਰਕੇ ਮਿਲਾਇਆ ਹੈ। ਉਹਨਾਂ ਮਹਾਤਮਾ ਨੇ ਸੰਸਾਰ ਵੱਲੋਂ ਦੌੜ ਕਰਕੇ ਮੁੱਖ ਰੂਪ ਪਰਮਾਤਮਾ ਦੇ ਭਜਨ ਸਿਮਰਨ ਵਿੱਚ ਲੱਗ ਕੇ ਜੰਮਣਾ ਮਰਨਾ ਜਿਹੜਾ ਵਿਗੋਇਆ ਤੋਂ ਭਾਵ ਇਹਦਾ ਅਭਾਵ ਹੀ ਕਰ ਦਿੱਤਾ। ਜੰਮਣਾ ਮਰਨਾ ਮੁਕਾ ਹੀ ਲਿਆ। ਕਦੇ ਮਨ ਦੇ ਅੰਦਰ ਬਹਿ ਕੇ
सिर्फ 2 मिनट ਲਈ ਇਹੋ ਜਿਹੀ ਬਿਰਤੀ ਬਣਾਓ कि अपने मन के अंदर काम ना क्रोध ना लोभ ना मोह ना रोग ना सोग ना भोग ना भय है। देह विहीन सबो तन नेह विरक्त अगिह अच्छा है। यही जी बिरती बन जावे, महापुरुष अचानक जाके बेसवा के दर ते खड़े हो गए गनका दे, ये महापुरुष की निशानी हुंदी। जदों बाहर निकली दर्शन कीते मन ही बदल गया। ऐसे निर्विकारी जीवन हुंदे ने गुरमुखां दे कि देखण वाले दा मन ही बदल के परमेश्वर की बंदगी विच लग जांदा। सो सतगुर दे बचन कैसे भी होण, चाहे महाराज ने किवें भी चीज़ां लिख दित्तियां, वो विकार पैदा नहीं करदियां, वो विकारां नूं कट्टण वास्ते ही लिखिया सारा कुछ। यही चीज़ की समझ नहीं लगी किसी नूं कि लिखियां चीज़ां विकार नहीं पैदा करदियां। जे गुरु साहब दे परमात्मा दे भै दे विच बंदा रहे ना, विकार असर ही नहीं करते। तो जिवें संत बाबा गुरबचन सिंह जी खालसा नूं बेनती कीती सी फौजी रणबीर सिंह जी ने, जो 78 च शहीद होए सी पटियाले, कहते महापुरखो विकार सानू बहुत तंग करते ने, तुसीं इन्हां तो किवें बचदे हो। महापुरख कहण लगे, फौजी सियां जे चीखा दे उत्ते बंदा बैठा होवे, थल्ले अग लाई होवे, उत्थे विकार फुर सकते? कहते ना जी, उत्थे कित्थे फुरने, थल्ले तो अग लगी है, चीखा ते पिया। कहते इसे तरह अपने आप नूं मुर्दा समझ भी मैं चीखा ते ही बैठा हर टाइम, फिर विकार नहीं नेड़े आउंदे। ब्रह्म ज्ञानी हर वक्त अपने आप नूं यही समझदा कि मैं चीखा ते ही बैठा बस। इस करके सतगुरु कहंदे विकारां नूं खत्म करना, मौत नूं याद रखना, परमेश्वर नूं याद रखना, निर्विकार जीवन बतीत करना बहुत वड्डी चीज़ हुंदी है। पुंडर केस कुसम ते धौले, सपत पाताल की बाणी। एक ते भगत बाणी है जिहड़ी, इहदी संथ्या भी औखी है क्योंकि बाणी महंगी बड़ी है। विश्राम भी औखे है, महंगे कहने जिन्हां नूं आपां। फिर इहदे अखर भी ऐसे है क्योंकि पूर्व दिशा विच होए ने। पूर्व दिशा इधर पैंदा सारा बिहार बंगाल, इस पासे नूं सारा पूर्व दिशा है। कहते पुंडर केस कुसम ते धौले। ये भगत नामदेव जी ने लिखा, पहल पुरीए पुंडरक वना ताच हंसा सगले जना। पुंडर जिस वेले बिरध अवस्था हुई, उस वेले केस जिहड़े सी पुंडर हो गए, चिट्टे हो गए। चिट्टे भी कैसे होए कि कुसम ते धौले। कुसम हुंदा मर्तबान दे फुੱਲ नालों भी धौले चिट्टे हो गए। चिट्टे फुੱਲ नालों भी केस चिट्टे हो गए ने। कक्का केस पुंडर जब हुए, बिन साबून है उजलिया। ये पहले पातशाह ने लिखिया बचन। नैनो नीर बह तन खीना भये, केस दुधवानी। अते बाणी इन्नी बरीक निकलदी, सप्त पाताल की बाणी। इउं मूँह चों आवाज़ निकलदी है, बैठी जी आवाज़ जदों 90 साल दा हो गया, ਕੰਨ ਮੂੰਹ ਦੇ ਉਹਦੇ ਨੇੜੇ ਲਾਉਣਾ ਪੈਂਦਾ। ਕੀ ਕਿਹਾ ਬਾਪੂ ਜੀ? ਫਿਰ ਦੁਬਾਰਾ ਦੱਸਿਓ। 7ਵੇਂ ਪਤਾਲ ਤੋਂ ਜਿਵੇਂ ਬੋਲਦਾ ਹੁੰਦਾ ਥੱਲਿਓਂ, ਉਹ ਜਿਹੜਾ ਜਵਾਨੀ ਦੇ ਵਿੱਚ ਕੰਨ ਪਾੜ ਦਿੰਦਾ ਸੀ ਬੋਲ ਕੇ, ਹੁਣ 7ਵੇਂ ਪਤਾਲ ਦੀ ਬਾਣੀ ਹੋ ਗਈ ਉਹਦੀ। ਬਹੁਤ ਔਖਾ ਸਮਝ ਲੱਗਦਾ ਕੀ ਕਹਿੰਦਾ। ਸਪਤ ਪਾਤਾਲ ਕੀ ਬਾਣੀ, ਚਿੱਟੇ ਕੇਸ ਹੋ ਗਏ। ਲੋਚਨ ਸਰਮਹਿ ਬੁੱਧ ਬਲ ਨਾਠੀ। ਬਿਰਧ ਅਵਸਥਾ ਵਿੱਚ ਨੇਤਰਾਂ ਵਿੱਚ, ਲੋਚਨ ਨੇਤਰਾਂ ਵਿੱਚ, ਸ਼ਰਮ ਹੈ ਜਲ, ਸ਼ਰਮ ਹੈ ਪਾਣੀ ਵਗਦਾ। ਨੈਨੋ ਨੀਰ ਅਸਾਰ ਬਹਿ। ਬੁੱਧ ਬਲ ਠਾਨੀ ਤੇ ਬੁੱਧੀ ਅਭਾਵ ਹੀ ਹੋ ਗਈ, ਖਤਮ ਹੋ ਗਈ, ਕਿਉਂਕਿ ਬੁਢੇਪੇ ਵਿੱਚ ਅਕਲ ਟਿਕਾਣੇ ਨਹੀਂ ਰਹਿੰਦੀ। 17 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ। ਤੇ ਸਰੀਰ ਦਾ ਬਲ ਵੀ ਨਸ ਜਾਂਦਾ, ਬੁੱਧੀ ਦਾ ਬਲ ਵੀ ਨਾਸ ਹੋ ਜਾਂਦਾ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਮਨੁੱਖ ਗੁਰਮੁਖ ਨਹੀਂ, ਸਤਿਗੁਰੂ ਕਹਿੰਦੇ ਗੁਰਮੁਖ ਬੁੱਢੇ ਕਦੇ ਨਾ ਹੀ, ਜਿਹਨਾਂ ਅੰਤਰ ਸੁਰਤ ਗਿਆਨ, ਉਹ ਨਹੀਂ ਬੁੱਢੇ ਹੁੰਦੇ, ਕਿਉਂਕਿ ਉਹਨਾਂ ਦੀ ਸ਼ਬਦ ਵਿੱਚ ਸੁਰਤੀ ਜਾ ਜੁੜੀ। ਇਹ ਤਾਂ ਜਿਹੜੇ ਮਨਮੁਖ ਨੇ, ਜਿਨ੍ਹਾਂ ਦੀ ਸ਼ਬਦ ਵਿੱਚ ਸੁਰਤੀ ਦੀ ਜੁੜੀ, ਉਹਨਾਂ ਆਮ ਸਧਾਰਨ ਸੰਸਾਰੀ ਜੀਵਾਂ ਦਾ ਕਥਨ ਕਰਦੇ ਨੇ। ਇੰਨਾ ਕੁਝ ਹੁੰਦਿਆਂ ਹੋਇਆਂ ਵੀ ਚਿੱਟੇ ਵਾਲ ਹੋ ਗਏ। 7ਵੇਂ ਪਤਾਲ 'ਚੋਂ ਆਵਾਜ਼ ਆਉਂਦੀ, ਬੁੱਧੀ ਦਾ ਬਲ ਘਟ ਗਿਆ, ਅੱਖਾਂ 'ਚੋਂ ਪਾਣੀ ਜਾਂਦਾ। ਤਾਂ ਫਿਰ ਵੀ ਤਾਂ ਕਾਮ ਪਵਸ ਮਾਧਾਣੀ, ਤਾਂ ਫਿਰ ਕਾਮਨਾ ਰੂਪੀ ਮਧਾਣੀ ਅੰਤःਕਰਨ ਰੂਪ ਮੱਟੀ 'ਚ ਪੈ ਕੇ ਰਿੜਕਣ ਲੱਗ ਪੈਂਦੀ, ਕਿਉਂਕਿ
बुढ़ेपे विच वासना ज़्यादा वध जाती है। फिर विषयां की मधाणी चल पैंदी अंदर। शरीर तो विषयां तो जवाब दिंदा है, पर मन विकारां तो हटदा नहीं। भावें 90 साल का हो जाए, 100 साल का हो जाए, 200 साल का बंदा हो जाए। जदों संतोखसर साहब मठ निकलिया सी थल्लों पंजवें पातशाह वेले, अमृतसर साहब सरोवर संतोखसर साहब, पटद्यां थल्लों एक छोटा जिहा मठ निकलिया। ਉਹਦੇ ਵਿੱਚੋਂ बहुत लंबी उम्र का बैठा जोगी निकलिया सी। सारी दुनिया देखण आई सी ਉਹਨੂੰ। हौली हौली ਉਹਦੇ पिंजर जे उत्ते मालिश कीती, पोली पोली आप महाराज ने बदाम रोगन कस्तूरी आदि दी। स्वास थले उतरे, पुछदा कौन सा युग है? कहंदे कल युग। महाराज नूं देख के कहण लग्या तुसीं पंजवें गुरु अर्जन देव जी हो? कहंदे हाँ जी। कहंदे मैं तुहाडे दर्शन की आसा ले के ही समाधि ला के बैठा। बाबा बुढ़ा जी ने उदों 5 ਉਂਗਲਾਂ खड़ियां कीतियां, पंजा दिखाया, योगी ने सिर हिलाता। ना सारे सिख कहंदे आपस विच की गल कर ली दोनों जाणिਆਂ ने। कहंदे बाबा जी तुसीं इहनूं की पुछिया? कहंदे मैं पुछिया 5 मर गए तेरे? ये कहना ना, काम क्रोध लोभ मोह हंकार मरे नहीं है मेरे हले। ये तो इन्नी लंबी उम्र के बावजूद नहीं मरते। चारे युग जिन्नी उम्र 10 होर दसूणी होए तां नहीं मरते। तां ते बिखै पई मत पावस, काया कमल कुमलाणा। बिरध अवस्था विच तां ते कहंदे तिन्ना वासना करके ते जोबन अवस्था विच विषयां दी बहुलता करके इहदी बुद्धि काली होई पई, काली। जन्म जन्म की इस मन को मल लागी, काला हुआ स्याह। तां ते तिन्ना वासना करके शरीर दे विच जो मत्ती सी ना, बुद्धि सी, वो पावस तो भाव काली हो गई। ते काया रूपी कमल भी मुरझा गया है, शरीर मुरझा गया है। तिन्ना कामना रूपी मधाणी करके बिरध पुरुष की जिहड़ी बुद्धि है उहदे विच पावस रुत वांगू जड़ता रूप अंधकार वरत गया। जिवें पावस रुत विच सौण भादरों के महीने विच बदलां करके रात्रियां जिहड़ियां कालियां हनेरियां हो जांदियां, इसे तरह बिरध शरीर विच जड़ता भी हो जाती, सारे इंद्रे शिथिल हो जाते हैं। क्योंकि आम रातां जिहड़ियां तारियां करके फिर भी थोड़ियां जिहियां चमकदार ने, पर जो बदल होण उत्ते बिल्कुल ही हनेरा छा जाता है। शुभ अशुभ वस्तु का पूर्ण ज्ञान नहीं रहिंदा है। पहले जोबन जो मन वांछित पदार्थां रूपी जल विच पा के खिड़ रहा सी, ये कमल का फुल शरीर, वो जिस वेले मन वांछित पदार्थां रूपी जल का अभाव हो गया, खत्म हो गए हो, ते बिरध अवस्था रूपी सूरज चढ़ गया, तां काया रूपी कमल झुरड़ियां पा के कुमला गया। आवगत बाण छोड़ मृत मंडल, तव पाछै पछताना। ये जीव ने मृत मंडल संसार दे विच अवगत हुंदा परमात्मा दा नाम रूपी बाणी छड़ दित्ती, ताइयों फिर जीव पिछों पश्चाताप करदा। तव पाछै पछताना। अवगत बाण छोड़ मृत मंडल, मृत मंडल है संसार। ਇਹਦੇ ਵਿੱਚ ਇਹਨੇ ਕੀ ਕੀਤਾ ਹੈ, ਅਵਗਤ ਹੁੰਦਾ परमात्मा ਦਾ ਨਾਮ ਰੂਪ ਬਾਣੀ ਜਿਹੜੀ ਸੀ ਛੱਡਤੀ ਹੈ। ਇਹੋ ਜਨਮ ਪਦਾਰਥ ਪਾਏ ਕੈ, ਹਰ ਨਾਮ ਨਾ ਚੇਤੈ ਲਿਵ ਲਾਏ। ਪਾਗ ਖਿਸਿਆ ਰਹਿਣਾ ਨਹੀਂ, ਆਗਾ ਠੌਰ ਨਾ ਪਾਏ। ਉਹ ਵੇਲਾ ਹੱਥ ਨਾ ਆਵੇ, ਅੰਤ ਗਿਆ ਪਛਤਾਏ। ਨਿਕਟੀ ਦੇਹ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਬਿਰਧ ਅਵਸਥਾ ਵਿੱਚ ਨਿਕਟੀ ਹੁੰਦਾ ਨਿੱਕੀਆਂ ਨਿੱਕੀਆਂ ਭਾਵ ਨਿੱਕੇ ਨਿੱਕੇ ਨੇ ਪੋਤਰਿਆਂ ਦੀਆਂ ਦੇਹਾਂ ਨੂੰ ਵੇਖ ਕੇ ਧੁਨ ਤੋਂ ਭਾਵ ਬਾਣੀ ਉਪਜੈ ਉਚਾਰਦਾ। ਆਓ ਮੇਰੇ ਬੱਚਿਓ, ਆਓ ਮੇਰੇ ਹੀਰਿਓ, ਆ ਮੇਰਾ ਛੋਟਾ, ਆ ਮੇਰਾ ਵੱਡਾ। ਕਹਿੰਦੇ ਉਹ ਤਾਂ ਮਾਣ ਕਰਦਾ, ਪਰ ਉਹ ਕੁਝ ਬੁੱਝਦੇ ਹੀ ਨਹੀਂ, ਉਹ ਸਮਝਦੇ ਹੀ ਨਹੀਂ ਗੇ। ਉਹ ਕਹਿੰਦੇ ਬਾਬਾ ਹੋਊਗਾ। ਐਵੇਂ ਹੀ ਨਿਕਟ ਆਈਆਂ ਪੁੱਤਰਾਂ ਦੀਆਂ ਦੇਹਾਂ ਨੂੰ ਦੇਖ ਕੇ ਬਾਣੀ ਉਚਾਰਦਾ ਕਿ ਮੈਨੂੰ ਰੋਟੀ ਨਰਮ ਬਣਾ ਕੇ ਦਿਆ ਕਰੋ, ਕੋਈ ਮੇਰੀ ਦਵਾਈ ਬੂਟੀ ਕਰਿਆ ਕਰੋ। ਉਹ ਤਾਂ ਉਹਨਾਂ ਨੂੰ ਮਾਣ ਆਦਰ ਨਾਲ ਕਹਿੰਦਾ ਮੈਂ ਤੁਹਾਡੇ ਸਿਰ ਦਾ ਤਾਜ ਐ। ਬਜ਼ੁਰਗ ਸਿਰ ਦਾ ਤਾਜ ਹੁੰਦੇ ਨੇ, ਉਹ ਨਹੀਂ ਸਮਝਦੇ ਕੁਛ। ਉਹ ਕਹਿੰਦੇ ਆਪਣਾ ਕੰਮ ਕਰ, ਜਵਾਬ ਹੀ ਦੇ ਕੇ ਭੱਜ ਜਾਂਦੇ ਨੇ। ਕਹਿੰਦੇ ਠਹਿਰ ਜਾ ਤੈਨੂੰ ਖਵਾਉਣੇ ਪੂੜੇ। ਕਹਿੰਦੇ ਜੇ ਭਲਾ ਮਾਨਸ ਹੈ ਤਾਂ ਲਾਠੀ ਲੈ ਕੇ ਦਰਵਾਜ਼ੇ ਤੇ ਬਹਿ ਜਾ ਆਰਾਮ ਨਾਲ, ਉੱਥੇ ਪਹਿਰਾ ਦਿਆ ਕਰ, ਖਾਣ ਦੀ ਲੱਗੀ ਰਹਿੰਦੀ ਤੈਨੂੰ ਹਰ ਵਕਤ। ਦੇਹ ਨੂੰ ਨਿਕਟੀ ਜਿਹੜੀ ਨਿਖੁੱਟੀ ਹੋਈ ਭਾਵ ਕ੍ਰਿਸ ਹੋਈ ਦੇਖ ਕੇ
ਕਮਜ਼ੋਰ ਹੋਈ ਦੇਖ ਕੇ ਫਿਰ ਧੁਨੀ ਉਚਾਰਦਾ, ਬਾਣੀ ਕਹਿੰਦਾ ਮੂੰਹ ਚੋਂ ਭਾਵ ਉਪਜੈ, ਪੈਦਾ ਹੁੰਦੀ ਬੋਲੀ ਕਿਹੜੀ। ਪੁੱਤਰਾਂ ਨਾਲੋਂ ਬਿਰਧ ਪੁਰਸ਼ ਦਾ ਮਾਣ ਕਰਦਾ ਕਿ ਉਹ ਬੁੱਝਦੇ ਤਾਂ ਨਹੀਂ, ਸਗੋਂ ਕਹਿੰਦੇ ਇਹ ਐਵੇਂ ਹੁਣ ਜਾਨ ਜੀ ਖਾਈ ਜਾਂਦਾ, ਪਤਾ ਨਹੀਂ ਕਦ ਖਹਿੜਾ ਛੱਡੂਗਾ। ਮਾਨ ਕਰਤ ਨਹੀਂ ਬੁੱਝੈ, ਜਾਤੀ ਅਭਿਮਾਨ ਕਰਦਾ ਹੋਇਆ ਵਾਹਿਗੁਰੂ ਨੂੰ ਸਮਝਦਾ ਨਹੀਂ ਹੈ। ਜਬ ਜੋਬਨ ਥਾ ਜਨ ਪ੍ਰੀਤ ਕਰੇ, ਅਬ ਜਾਠਰ ਮਾਹੇ ਭਏ ਸਭ ਖਾਰੇ। ਨ ਹੈ ਅਧਿਕਾਰ ਕਛੂ ਤੁਮਰੋ, ਪਰ ਲੈ ਲਕਟੀ ਬਹੁ ਮੋਹੇ ਦੁਆਰੇ। ਕਹਿੰਦੇ ਉਹ ਮੇਰੇ ਦਰਵਾਜ਼ੇ ਤੇ ਬਹਿ ਜਾ। ਸੋ ਇਸ ਕਰਕੇ ਇਹੀ ਜੀ ਹਾਲਤ ਹੁੰਦੀ ਤਾਂ ਸਤਿਗੁਰੂ ਸਮਝਾਉਂਦੇ ਨੇ ਹਾਲਤ ਮਾੜੀ ਹੋ ਜਾਂਦੀ ਸਮਝ। ਐਵੇਂ ਇਹਨਾਂ ਦੇ ਮੋਹ ਦੇ ਵਿੱਚ ਲੱਗਿਆ ਰਹਿਣਾ, ਆਪਣੇ ਭਗਤੀ ਕਰਿਆ ਕਰ ਪ੍ਰਮਾਤਮਾ ਵਾਲੀ। ਕੋਲੋਂ ਲੰਘਦੇ ਲੰਘਦੇ ਛੇੜ ਜਾਂਦੇ ਬਾਬਾ ਬੁੱਢੜਾ ਆਖਦੇ ਬਾਲ ਬੰਦੇ। ਡਿਊੜੀ ਵਿੱਚ ਮੰਜਾ ਦਿੱਤਾ ਘਰਦਿਆਂ ਨੇ, ਪੁੱਛਣ ਪੁੱਤ ਨਾ ਕਈ ਦਿਨ ਹਾਲ ਬੰਦੇ। ਨੂਹਾਂ ਬਹੀ ਬੁੱਸੀ ਰੋਟੀ ਦੇ ਛੱਡਣ, ਕਰਨ ਪਰਤ ਨਾ ਪੁੱਛ ਪੜਤਾਲ ਬੰਦੇ। ਰਾਖਾ ਜੰਦਰੇ ਦਾ ਬੈਠਾ ਰਹੇ ਬੂਹੇ, ਕੱਟੇ ਛੰਨ ਵਿੱਚ ਹਾੜ ਸਿਆਲ ਬੰਦੇ। ਕਾਲਾ ਦਿਲ ਤੇਰਾ ਚਿੱਟਾ ਨਹੀਂ ਹੋਇਆ, ਚਿੱਟੇ ਹੋ ਗਏ ਨੇ ਭਾਵੇਂ ਵਾਲ ਬੰਦੇ। ਅਜੇ ਲੋਭ ਨੂੰ ਦਿਲੋਂ ਦੁਰਕਾਰਿਆ ਨਹੀਂ, ਨਾ ਹੀ ਛੱਡਿਆ ਕ੍ਰੋਧ ਚੰਡਾਲ ਬੰਦੇ। ਕਦੇ ਦੁੱਧ ਮਲਾਈਆਂ ਲੱਭਦੀਆਂ ਸੀ, ਲੱਭੇ ਅੱਜ ਨਾ ਸਹਿਕਵੀਂ ਦਾਲ ਬੰਦੇ। ਰੱਤਾ ਸੋਚ ਖਾ ਆਪਣੇ ਆਪ ਅੰਦਰ, ਕਿੱਧਰ ਗਿਆ ਉਹ ਜੌਹਰ ਜਮਾਲ ਬੰਦੇ। ਕਿੱਥੇ ਰੁਸਤਮੀ ਗਈ ਤੇ ਜ਼ੋਰ ਕਿੱਥੇ, ਕਿੱਥੇ ਗਏ ਸੁੱਖ ਦੇ ਭਾਈ ਬਾਲ ਬੰਦੇ। ਦਮ ਹੁੰਦਿਆਂ ਪਾਣੀ ਨੂੰ ਪਿਆਸ ਸਹਿਕੇ, ਮੰਨੇ ਕੋਈ ਨਾ ਤੇਰਾ ਸਵਾਲ ਬੰਦੇ। ਦੁਰਦਰ ਹੁੰਦਿਆਂ ਵੀ ਖੋਲੇ ਅੱਖ ਨਾਹੀਂ, ਲਾਹੇ ਅਜੇ ਨਾ ਗਲੋਂ ਜੰਜਾਲ ਬੰਦੇ। ਜਿੰਨੇ ਜਨਮ ਮਨੁੱਖ ਦਾ ਬਖਸ਼ਿਆ ਏ, ਜਿਸ ਪਰਮਾਤਮਾ ਨੇ ਕੀਤੀ ਕਿਤੇ ਵੀ ਨਾ ਉਹਦੀ ਭਾਲ ਬੰਦੇ। ਉਮਰ ਵੇਚ ਕੇ ਵਿਸ਼ੇ ਤੋਂ ਖਾ ਛੱਡੀ, ਦਿੱਤਾ ਮੁਫਤ ਲੁਟਾਈ ਮਾਲ ਬੰਦੇ। ਕੁੱਛੜ ਚੁੱਕ ਕੇ ਜਿਨ੍ਹਾਂ ਨੂੰ ਪਾਲਿਆ ਈ, ਤੇਰੇ ਰਹੇ ਨਾ ਉਹ ਅੰਗ ਪਾਲ ਬੰਦੇ। ਭਾਵੇਂ ਆਪਣੇ ਆਪ ਵਿੱਚ ਕੁਝ ਹੋਵੇ, ਨਹੀਂ ਸਕਦਾ ਕਾਲ ਨੂੰ ਟਾਲ ਬੰਦੇ। ਜੇਕਰ ਤੀਰ 84 ਤੋਂ ਛੁੱਟਣਾ ਹੀ, ਭਜਨ ਬੰਦਗੀ ਹੁਣੇ ਸੰਭਾਲ ਬੰਦੇ। ਸੋ ਕਾਵ ਰਚਨਾ ਕਿਸੇ ਨੇ ਲਿਖੀ ਐਸੀ ਭਈ ਸੰਭਲ ਬਈ ਬੰਦਿਆ ਸੰਭਲ, ਜਿਹੜਾ ਕੁਛ ਤੂੰ ਕਰਦਾ ਇਹ ਤੇਰੇ ਕੰਮ ਨਹੀਂ ਆਉਣਾ। ਭੁਲੇਖੇ ਵਿੱਚ ਇਕੱਠੇ ਕਰੀ ਜਾਂਦਾ ਹੈ, ਇਹ ਤੈਥੋਂ ਸਭ ਖੁੱਸ ਜਾਣੇ ਨੇ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਜੀਵਨ ਪਦਮੀ ਦੇ ਕਾਰਨ ਉਹ ਪਾਸ ਤੇ ਲਾਲਚ ਕਰਦਾ, ਅੱਖਾਂ ਵਿੱਚ ਸੁੱਝਦਾ ਨਹੀਂ, ਨਿਗਾਹ ਤਾਂ ਆਉਂਦਾ ਨਹੀਂ, ਕੁਛ ਦਿਖਦਾ ਤਾਂ ਹੈ ਨਹੀਂ। ਬਹੁਤਾ ਜੀਵਨ ਮੰਗੀਆ ਮੂਆ ਨਾ ਲੋੜੈ ਕੋਈ। ਥਾਕਾ ਤੇਜ ਉੜਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਪ੍ਰਾਣਾਂ ਦਾ ਤੇਜ ਥੱਕ ਗਿਆ ਤੇ ਮਨ ਜੀਵ ਰੂਪ ਪੰਛੀ ਉੱਡ ਗਿਆ, ਸਰੀਰ ਛੱਡ ਗਿਆ। ਹੁਣ ਜਦੋਂ ਮਰ ਗਿਆ, ਸਮਾਪਤ ਹੋ ਗਿਆ ਸਭ ਕੁਝ। ਸੰਬੰਧੀਆਂ ਨੂੰ ਘਰ ਦੇ ਆਂਗਨ ਤੋਂ ਭਾਵ ਵਿਹੜੇ 'ਚ ਪਿਆ ਹੁਣ ਚੰਗਾ ਨਹੀਂ ਲੱਗਦਾ। ਹੋਰ ਭਲਾ ਕੀ ਕਹਿਣਾ। ਕਹਿੰਦੇ ਜੋ ਸਾਰੀ ਉਪਮਾ ਕਰਦੇ ਸੀ, ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤਾਂ ਭੂਤ ਭੂਤ ਕਰ ਭਾਗੀ। ਕਹਿੰਦੀ ਛੇਤੀ ਲੈ ਜਾਓ ਚੁੱਕ ਕੇ, ਹੁਣ ਸੰਸਕਾਰ ਕਰੋ ਜਲਦੀ, ਹੁਣ ਨਹੀਂ ਚੰਗਾ ਲੱਗਦਾ ਹੈ। ਬੇਣੀ ਕਹੈ ਸੁਨਹੁ ਰੇ ਭਗਤ ਹੋ, ਮਰਨ ਮੁਕਤ ਕਿਨ ਪਾਈ। ਬੇਣੀ ਜੀ ਕਹਿੰਦੇ ਪਰਮੇਸ਼ਰ ਦੇ ਭਗਤੋ ਸੁਣੋ, ਮਰਨ ਕਰਕੇ ਮੁਕਤੀ ਕਿਸੇ ਨੇ ਪਾਈ ਹੈ? ਜਿਹਨੇ ਵੀ ਮੁਕਤੀ ਪਾਈ ਹੈ ਜਿਉਂਦਿਆਂ ਹੀ ਨਾਮ ਜਪ ਕੇ ਪਾਈ ਹੈ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮੁਕਤੀ ਜਿਉਂਦੇ ਜੀ ਆਪ ਲਓ ਰੱਬ ਤੋਂ। ਕਹੋ ਵੀ ਬਾਅਦ 'ਚ ਮੇਰਾ ਕੋਈ ਪਾਠ ਕਰਾ ਦੂ, ਉਹ ਬਾਅਦ ਵਾਲੇ ਪਾਠ ਤਾਂ ਹੋ ਜਾਣੇ ਐ। ਜਿਉਂਦੇ ਜੀ ਜਿਹੜੇ ਗੁਨਾਹ ਕੀਤੇ ਨੇ ਉਹ ਕਹਿੰਦੇ ਨੇ ਜਿਉਂਦੇ ਜੀ ਤੂੰ ਆਪ ਚੰਗਾ ਬਣ, ਜੀਵਤ ਭਾਅ ਤੋਂ ਮਰੇ ਤੋਂ ਬਿਨਾ ਭਲਾ ਕਿਹਨੇ ਮੁਕਤੀ ਪਾਈ? ਜਿਹਨੇ ਪਾਈ ਐ ਸੋ ਜੀਵਤ ਭਾਅ ਤੋਂ ਮਰ ਕੇ ਹੀ ਪ੍ਰਾਪਤ ਕੀਤੀ ਹੈ ਮੁਕਤੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਸੋ ਇਸ ਤਰ੍ਹਾਂ ਭਗਤ ਬੇਣੀ ਦਾ ਇੱਕ ਸ਼ਬਦ ਆਪਾਂ ਸ਼੍ਰਵਣ ਕੀਤਾ।